गुड इवनिंग एवरीवन। ਅੱਜ ਆਪਾਂ ਆਲਟਰਨੇਟਿੰਗ ਚੈਪਟਰ ਦਾ ਹੀ ਰਿਵੀਜ਼ਨ ਵਾਲਾ ਪੋਰਸ਼ਨ ਕਰਾਂਗੇ। ਠੀਕ ਹੈ, ਧਿਆਨ ਨਾਲ ਸੁਣੀ ਚੱਲੋ ਤੇ ਟਰਾਈ ਕਰੋ ਨਾਲ ਨਾਲ ਸਪੀਡ ਤੇ ਨੋਟ ਕਰਨ ਦੀ, ਬਟ ਲੌਜੀਕਲੀ ਅੰਡਰਸਟੈਂਡ ਕਰਿਓ ਕਿ ਆਪਾਂ ਨੇ ਕੀ ਚੀਜ਼ ਕਰਨੀ ਹੈ, ਕੀ ਪ੍ਰੋਪਰਟੀਜ਼ ਨੇ ਵਗੈਰਾ ਵਗੈਰਾ। ਫॉर एग्जांपल ਪਹਿਲਾਂ ਆਪਾਂ ਡਿਸਕਸ ਕਰ ਲਈਏ ਕਿ ਜੋ ਰੈਜ਼ਿਸਟੈਂਸ ਹੁੰਦਾ ਹੈ, ਰੈਜ਼ਿਸਟੈਂਸ ਦੇ ਕ੍ਰਾਸ ਜੋ ਵੋਲਟੇਜ ਹੁੰਦੀ ਹੈ ਦੈਟ ਇਜ਼ V ਇਜ਼ ਇਕੁਅਲ ਟੂ IR। ਠੀਕ ਹੈ, ਨਾਲ ਨਾਲ ਨੋਟ ਕਰੀ ਚੱਲੋ। ਫਿਰ ਆਪਣੇ ਕੋਲ ਇੰਡਕਟਰ ਹੁੰਦਾ ਹੈ, ਇੰਡਕਟਰ ਦੇ ਕ੍ਰਾਸ ਜੋ ਵੋਲਟੇਜ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ ਆਪਣੇ ਕੋਲ, ਜੇ ਕਰੰਟ ਆਈ ਜਾ ਰਿਹਾ LdI/dt। ਠੀਕ ਹੈ, ਫਿਰ ਆਪਣੇ ਕੋਲ ਕਪੈਸਿਟਰ ਆ ਜਾਂਦਾ ਹੈ, ਕਪੈਸਿਟਰ ਦੇ ਕ੍ਰਾਸ ਜੋ ਵੋਲਟੇਜ ਹੁੰਦੀ ਹੈ ਦੈਟ ਇਜ਼ Q ਇਜ਼ ਇਕੁਅਲ ਟੂ CV, ਸੋ V ਇਜ਼ ਇਕੁਅਲ ਟੂ Q/C। ਸਿੰਪਲ ਬੇਸਿਕ, ਸਾਰਿਆਂ ਨੂੰ ਕਲੀਅਰ। ਹੁਣ ਇੰਡਕਟਰ ਜੋ ਹੁੰਦਾ ਹੈ ਦੋ ਸਟੈਪ ਯਾਦ ਰੱਖਣੇ ਨੇ। ਇਨੀਸ਼ੀਅਲੀ ਇਨਫਿਨਿਟੀ ਰੈਜ਼ਿਸਟੈਂਸ ਆਫਰ ਕਰੂਗਾ, ਇਨੀਸ਼ੀਅਲੀ ਇਹ ਇੰਡਿਊਸਡ EMF ਜਨਰੇਟ ਕਰਦਾ ਟੂ ਅਪੋਜ਼ ਦਾ ਫਲੋ ਆਫ ਕਰੰਟ ਥਰੂ ਇਟ, ਤਾਂ ਕਿਸੇ ਨੂੰ ਪਾਸ ਨਹੀਂ ਕਰਨ ਦਿੰਦਾ। ਬਟ ਫਾਈਨਲ 'ਚ ਜਾ ਕੇ ਰੈਜ਼ਿਸਟੈਂਸ ਕੀ ਹੋ ਜਾਂਦੀ ਹੈ, ਜ਼ੀਰੋ, ਬਿਕੋਜ਼ ਇਹ ਆਪਣੀ ਐਗਜ਼ਿਸਟੈਂਸ ਖਤਮ ਕਰ ਦਿੰਦਾ, ਕਰੰਟ ਉਸ 'ਚੋਂ ਫਲੋ ਕਰਦਾ ਹੈ। ਕਪੈਸਿਟਰ ਦੇ ਪੁੱਠੇ ਚੱਲੂਗਾ, ਕਪੈਸਿਟਰ ਇਨੀਸ਼ੀਅਲੀ ਤਾਂ ਕੀ ਕਰੂਗਾ, ਬਿਹੇਵ ਲਾਈਕ ਹੈ ਹੀ ਨਹੀਂ, ਚਾਰਜ ਹੋਈ ਜੂਗਾ ਹੋਈ ਜੂਗਾ ਹੋਈ ਜੂਗਾ ਚਾਰਜ। ਫਾਈਨਲ 'ਚ ਜਾ ਕੇ ਕੀ ਕਰ ਜੂਗਾ, ਚਾਰਜ ਹੋ ਜੂਗਾ। ਜਿਸ ਮੂਵਮੈਂਟ 'ਤੇ ਕੰਪਲੀਟ ਚਾਰਜ ਹੋ ਗਿਆ ਇਹ ਕਹੂਗਾ ਮੈਂ ਨਹੀਂ ਕਿਸੇ ਨੂੰ ਜਾਣ ਦਿੰਦਾ, ਹੁਣ ਮੈਂ ਰੱਜ ਪੁੱਜ ਗਿਆ, ਮੈਂ ਕਿਸੇ ਨੂੰ ਇਸ ਰਸਤੇ 'ਚੋਂ ਫਲੋ ਨਹੀਂ ਹੋਣ ਦਿੰਦਾ। ਤਾਂ ਜਿਸ ਮੂਵਮੈਂਟ 'ਤੇ ਕੈਪੈਸਿਟਰ ਚਾਰਜ ਹੋ ਜਾਂਦਾ ਉਸ ਮੂਵਮੈਂਟ 'ਤੇ ਸਰਕਿਟ ਦੇ ਵਿੱਚੋਂ ਕਰੰਟ ਪਾਸ ਹੋਣਾ ਬੰਦ ਹੋ ਜਾਂਦਾ। ਹਾਲੇ ਬੇਸਿਕਲੀ ਆਪਾਂ ਇਹ ਚੀਜ਼ਾਂ ਡਿਸਕਸ ਕਰਾਂਗੇ। ਠੀਕ ਹੈ, ਫਿਰ ਆਪਣੇ ਕੋਲ ਆਉਂਦਾ ਇੱਕ ਵਰਡ ਆਉਂਦਾ, ਥੀਸ ਆਰ ਕਾਲਡ ਟ੍ਰਾਂਜ਼ੀਐਂਟ ਕਰੰਟ। ਟ੍ਰਾਂਜ਼ੀਐਂਟ ਕਰੰਟਸ ਕਿਹੜੇ ਹੁੰਦੇ ਨੇ, ਜਿਹੜੇ ਕਰੰਟ ਇੱਕ ਫਿਕਸ ਵੈਲਿਊ ਅਟੇਨ ਕਰਨ ਤੋਂ ਪਹਿਲਾਂ ਚੇਂਜ ਕਰਦੇ ਨੇ ਕਾਫੀ ਛੋਟੇ ਟਾਈਮ ਵਾਸਤੇ, ਉਹਨਾਂ ਨੂੰ ਕੀ ਕਰਦੇ ਆਪਾਂ, ਟ੍ਰਾਂਜ਼ੀਐਂਟ ਕਰੰਟ। ਕਿਹਦੇ 'ਚ ਹੁੰਦਾ ਹੈ, ਜਾਂ ਤਾਂ RL 'ਚ ਹੋਊਗਾ ਜਾਂ ਫਿਰ RC ਸਰਕਿਟ 'ਚ ਹੋਊਗਾ। RL ਦੇ ਵਿੱਚ ਜਾਂ ਤਾਂ ਰਾਈਜ਼ ਹੋਊਗਾ ਜਾਂ ਫਿਰ ਫਾਲ ਹੋਊਗਾ। ਸਿਮਿਲਰਲੀ RC ਦੇ ਵਿੱਚ ਜਾਂ ਤਾਂ ਚਾਰਜ ਹੋਊਗਾ, ਇਨਕਰੀਜ਼ ਕਰੂਗਾ ਕੈਪੈਸਿਟਰ, ਜਾਂ ਫਿਰ ਡਿਸਚਾਰਜ ਕਰੂਗਾ। ਲੌਜੀਕਲੀ ਰਾਈਜ਼ ਦੇ ਵਿੱਚ ਗ੍ਰਾਫ ਐ ਚੱਲੂ, ਫਾਲ ਦੇ ਵਿੱਚ ਗ੍ਰਾਫ ਐ ਚੱਲੂ। ਸਾਰਾ ਕੁਛ ਮਤਲਬ ਕੰਸਾਈਜ਼ ਕਰਕੇ ਦੱਸ ਰਿਹਾ ਮੈਂ, ਧਿਆਨ ਨਾਲ ਸੁਣੀ ਚਲੋ। ਚਾਰਜ ਰਾਈਜ਼ ਦੇ ਵਿੱਚ ਐ ਚੱਲੂ, ਡਿਸਚਾਰਜ ਦੇ ਵਿੱਚ ਐ ਚੱਲੂ। ਸਿੰਪਲ ਈਜ਼ੀ, ਕੋਈ ਡਿਫਿਕਲਟੀ ਨਹੀਂ। ਠੀਕ ਹੈ, ਇੱਕ ਆਪਣੇ ਕੋਲ ਆਉਂਦਾ ਹੈਗਾ ਟਾਈਮ ਕੌਂਸਟੈਂਟ। ਟਾਈਮ ਕੌਂਸਟੈਂਟ ਕੀ ਹੁੰਦਾ ਹੈ, ਜਿਸ ਟਾਈਮ 'ਤੇ ਜਿਹੜਾ ਕਰੰਟ ਹੈ ਜਾਂ ਤਾਂ 0 ਤੋਂ 63.2% ਪਹੁੰਚੇ, ਉਸ ਟਾਈਮ ਨੂੰ ਆਪਾਂ ਕਹਾਂਗੇ ਟਾਈਮ ਕੌਂਸਟੈਂਟ। ਇਹਦੇ 'ਚ ਕਿਹਦੇ ਇਕੁਅਲ ਹੁੰਦਾ ਹੈ, ਇਹ ਹੁੰਦਾ L/R ਦੇ ਇਕੁਅਲ। ਠੀਕ ਹੈ, ਟਾਈਮ ਹੀ ਹੁੰਦਾ। ਜਾਂ ਫਿਰ ਉਹ ਕੀ ਕਰੂਗਾ, 100 ਤੋਂ 36.8%, ਯੈਸ ਇੰਨਾ ਜਾਊਗਾ। ਤਾਂ ਡਿਫਰੈਂਸ ਧਿਆਨ ਨਾਲ ਦੇਖੋ, 100 ਤੋਂ 36.8 ਦੇ ਵਿੱਚ ਡਿਫਰੈਂਸ ਕਿੰਨਾ ਹੈ, 63.2 ਦਾ। ਤਾਂ ਟਾਈਮ ਦੋਨਾਂ ਸੇਮ ਲੱਗ ਜੂਗਾ। ਇਹ ਕਿਹਦੇ ਲਈ ਹੋ ਗਿਆ, RL ਸਰਕਿਟ ਵਾਸਤੇ। ਫਿਰ ਜੇ ਚਾਰਜ ਦੀ ਗੱਲ ਕਰਦੇ ਆ, ਚਾਰਜ ਵੀ ਸੇਮ ਹੋਊਗਾ ਕਿ ਚਾਰਜ 0 ਤੋਂ ਜਿੰਨੇ ਟਾਈਮ 'ਚ 63.2% ਜਾਓ, ਕਿਹਦੇ ਇਕੁਅਲ ਹੁੰਦਾ ਹੈ, RC ਜਾਂ CR। ਯਾਦ ਰੱਖਣ ਦਾ ਸੌਖਾ ਹੈਗਾ, ਇਸ ਨੂੰ ਆਪਾਂ ਲਿਖਦੇ ਹਾਂ RC ਲਿਖਦੇ ਹਾਂ, we will write it as RC। ਸਿਮਿਲਰਲੀ ਜਾਂ ਤਾਂ ਕੀ ਕਰੂਗਾ, 100 ਤੋਂ ਇਹ ਜਾਊਗਾ 36.8% ਤੱਕ, ਉਹ ਵੀ ਟਾਈਮ ਕੀ ਹੋ ਜਾਊਗਾ, RC। ਕਲੀਅਰ, ਬੇਸਿਕ ਚੀਜ਼ਾਂ ਨੇ, ਯਾਦ ਰੱਖਣੀਆਂ ਸੌਖੀਆਂ ਨੇ ਜੇ ਧਿਆਨ ਨਾਲ ਫੋਕਸ ਕਰੋਗੇ। ਠੀਕ ਹੈ, ਜੇ ਤੁਹਾਨੂੰ ਆਹ ਚੀਜ਼ ਯਾਦ ਰਹਿ ਗਈ, ਆਹ ਵਾਲਾ ਲੌਜਿਕ, ਤਾਂ ਤੁਹਾਨੂੰ ਸਾਰਾ ਸਰਕਿਟ ਈਜ਼ੀਲੀ ਯਾਦ ਰੱਖਣਾ ਸੌਖਾ ਹੋ ਜਾਊਗਾ। ਇੱਕ ਵਾਰ ਨੋਟ ਕਰੋ, ਨੋਟ ਕਰਕੇ ਮੈਨੂੰ ਕਨਫਰਮ ਕਰੋ, ਤਾਂ ਹੀ ਫਿਰ ਆਪਾਂ ਆਰਟੀਕਲ ਸਟਾਰਟ ਕਰੀਏ। ਆਈ ਟਰਾਈ ਮਾਈ ਬੈਸਟ ਕਿ ਆਪਾਂ 4 ਆਰਟੀਕਲ ਕਰ ਲਈਏ। 4 ਹੀ ਕਹੂੰਗਾ ਮੈਂ। ਇੱਕ ਤਾਂ RL ਦਾ ਚਾਰਜਿੰਗ ਹੋ ਜਾਊਗਾ, RL 'ਚ ਕਰੰਟ ਦਾ ਇਨਕਰੀਜ਼ ਹੋਣਾ ਹੋ ਜਾਊਗਾ। ਇੱਕ ਆਪਣੇ ਕੋਲ ਕੀ ਹੋ ਜਾਊਗਾ, RC ਦੇ ਵਿੱਚ ਕਰੰਟ ਚਾਰਜ ਰਾਈਜ਼ ਕਰੂ ਫਾਲ ਕਰੂ, RL ਦੇ ਵਿੱਚ ਰਾਈਜ਼ ਤੇ ਫਾਲ ਕਰੂ, RC ਦੇ ਵਿੱਚ ਰਾਈਜ਼ ਤੇ ਫਾਲ ਕਰੂ। ਨੋਟ ਕਰੋ ਤੇ ਮੈਨੂੰ ਕਨਫਰਮ ਕਰੋ ਕਿ ਤੁਸੀਂ ਨੋਟ ਕਰ ਲਿਆ। Kabir has done. Anyone else? Jashan has done. Radhika has done. चलो गुड, कर लिए स्टार्ट फिर ਆਪਾਂ। ਚਰਨ ਹੈਜ਼ ਡਨ। ਚਲੋ ਦੇਖ ਲਓ, ਹੁਣ ਆਪਾਂ ਕਰਦੇ ਆ RL ਦੇ ਵਿੱਚ ਕਰੰਟ ਦਾ ਇਨਕਰੀਜ਼ ਕਰਨਾ। ਠੀਕ ਹੈ, ਇਨਕਰੀਜ਼ ਆਫ
current in RL circuit है ईजी स्पीड ਤੇ ਦੱਸਿਆ ਜਾਊਗਾ ਸੁਣੀ ਚੱਲੋ ਲਿਖੀ ਚੱਲੋ ਠੀਕ ਹੈ ਆਪਾਂ ਨੇ ਕੀ ਕਰਨਾ ਹੈਗਾ ਆਪਾਂ ਨੇ ਇੱਕ ਰੈਜ਼ਿਸਟੈਂਸ ਲਿੱਤੀ R ਜਿਹਦੇ ਨਾਲ ਇੰਡਕਟਰ ਲੱਗਿਆ ਹੋਇਆ L ਆਪਾਂ ਨੇ ਕੀ ਕੀਤਾ ਇਸ ਨੂੰ ਬੈਟਰੀ ਨਾਲ ਕਨੈਕਟ ਕਰ ਲਿਆ 1 2 3 ਬੈਟਰੀ ਦੀ EMF ਕਿੰਨੀ ਹੈ E ਆਪਾਂ ਨੇ ਜਦੋਂ 1 ਨੂੰ 2 ਦੇ ਕਨੈਕਟ ਕੀਤਾ ਠੀਕ ਹੈ ਉਸ ਮੂਵਮੈਂਟ ਤੇ ਹੁਣ ਜਦੋਂ ਕਿਸੇ ਵੀ ਸਿਸਟਮ ਦੇ ਵਿੱਚ ਆਪਾਂ ਹਲੇ ਸਟਾਰਟ ਕਰਨੀ ਹੈ ਬੈਟਰੀ ਟੱਚ ਕੀਤੀ ਹੈ ਤਾਂ ਇਨੀਸ਼ੀਅਲੀ ਕਰੰਟ ਕਿੰਨਾ ਜੋ ਟਾਈਮ ਇਜ਼ ਇਕੁਅਲ ਟੂ 0 ਤੇ 0 ਹੀ ਬਣੂਗਾ ਕਰੰਟ ਠੀਕ ਹੈ ਟਾਈਮ ਇਜ਼ ਇਕੁਅਲ ਟੂ t ਤੇ ਟਾਈਮ ਇਜ਼ ਇਕੁਅਲ ਟੂ ਇਨਫਿਨਿਟੀ ਜੇ ਇਹ ਲੌਜਿਕ ਤੁਹਾਡੇ ਮਾਈਂਡ 'ਚ ਫਿੱਟ ਹੋ ਗਿਆ ਕਲੀਅਰ ਹੈ ਕੋਈ ਡਾਊਟ ਨਹੀਂ ਸੈਂਟਰ ਦੇ ਐਨੀ ਟਾਈਮ ਤੇ ਆਈ ਕਰੰਟ ਹੋਊਗਾ ਹੁਣ ਜਦੋਂ ਇਹ ਇਨਫਿਨਿਟੀ ਜੇ 0 ਤੋਂ ਸਟਾਰਟ ਹੋ ਰਿਹਾ ਤਾਂ ਮੈਕਸਿਮਮ ਕਰੰਟ ਤਾਂ ਆਈ ਨੋਟ ਹੀ ਜਾਊਗਾ ਤਾਂ ਇਨਫਿਨਿਟੀ ਟਾਈਮ ਤੇ ਕਰੰਟ ਕਿੰਨਾ ਹੋਊ ਆਈ ਨੋਟ ਇਹੀ ਆਪਣੇ ਆਨਸਰ ਆਣਗੇ ਆਪਾਂ ਕੀ ਕਰਨਾ 1 2 ਨੂੰ ਕਨੈਕਟ ਕਰਨਾ ਜਦੋਂ ਆਪਾਂ 1 2 ਨੂੰ ਕਨੈਕਟ ਕਰ ਦਾਂਗੇ ਕਨੈਕਟ 1 ਐਂਡ 2 ਤਾਂ ਉਸ ਮੂਵਮੈਂਟ ਤੇ ਕੀ ਹੋਊਗਾ ਕਿਰਚੌਫ ਸੈਕੰਡ ਲਾਅ ਨਾਲ ਜਿਹੜੀ ਵੋਲਟੇਜ ਹੋ that will be divided into two parts ਇੱਕ ਆ ਜੂ VR ਦੇ ਕ੍ਰਾਸ ਇੱਕ ਹੋ ਜੂਗੀ VL ਦੇ ਕ੍ਰਾਸ ਠੀਕ ਹੈ ਇੱਕ ਹੋ ਜੂ VR ਦੇ ਕ੍ਰਾਸ ਇੱਕ ਹੋ ਜੂ VL ਦੇ ਕ੍ਰਾਸ ਤਾਂ ਆਪਣੇ ਕੋਲ VR ਕਿਹਦੇ ਕੋਲ ਹੋ ਜੂ IR VL ਕਿਹਦੇ ਕੋਲ ਹੋ ਜੂ LdI/dt ਇਸ ਨੂੰ ਲਿਖ ਸਕਦੇ ਆਪਾਂ ਕਲੀਅਰ ਹੁਣ ਜਦੋਂ ਆਪਾਂ at t is equal to ਇਨਫਾਨਾਈਟ ਹੋਊਗਾ ਉਸ ਮੂਵਮੈਂਟ ਤੇ L ਦਾ ਇਫੈਕਟ ਖਤਮ ਹੋ ਜਾਊਗਾ L ਗਾਇਬ ਹੋ ਜੂ ਸਰਕਟ ਚੋਂ ਤਾਂ ਆਪਣੇ ਕੋਲ ਕੀ ਰਹਿ ਜੂ ਰੈਜ਼ਿਸਟੈਂਸ R ਰਹਿ ਜੂ ਬੈਟਰੀ E ਰਹਿ ਜੂਗੀ ਉਹਦੇ ਕ੍ਰਾਸ ਕਰੰਟ ਕੀ ਰਹਿ ਜੂ I ਨੋਟ ਇਹ ਕੀ ਹੋ ਜੂਗਾ ਮੈਕਸਿਮਮ ਕਰੰਟ ਹੋ ਜੂ ਤਾਂ ਆਪਣੇ ਕੋਲ E ਕਿਹਦੇ ਕੋਲ ਹੋ ਜੂ I ਨੋਟ R I ਨੋਟ ਕੀ ਹੈ ਮੈਕਸਿਮਮ ਵੈਲਿਊ ਆਫ ਕਰੰਟ I ਨੋਟ ਕੀ ਹੈ ਪੀਕ ਜਾਂ ਫਿਰ ਮੈਕਸਿਮਮ ਵੈਲਿਊ ਆਫ ਕਰੰਟ L ਦਾ ਇਫੈਕਟ ਕੀ ਹੋ ਜੂ 0 ठीक है इनफिनिटी टाइम ਤੇ L ਦਾ ਇਫੈਕਟ ਕੀ ਹੋ ਜੂ 0 L ਦਾ ਇਫੈਕਟ 0 ਹੋ ਜੂਗਾ ਤਾਂ ਆਪਣੇ ਕੋਲ ਕਰੰਟ ਸਿਰਫ ਪਾਸ ਕਰੂ ਰੈਜ਼ਿਸਟੈਂਸ ਨੂੰ ਤਾਂ E ਕਿਹਦੇ ਕੋਲ ਹੋ ਜੂ IR ਦੇ ਤਾਂ E ਕਿਹਦੇ ਕੋਲ ਹੋ ਜੂ I ਨੋਟ R ਦੇ ਤਾਂ I ਨੋਟ R minus IR is equal to LdI/dt ਫਿਰ ਕੀ ਕਰਾਂਗੇ R ਕਾਮਨ I naught minus I is equal to L di/dt ਫਿਰ di ਨਾਲ ਰੱਖ ਲਾਂਗੇ ਆਪਾਂ I naught minus I ਨੂੰ ਠੀਕ ਹੈ ਤੇ ਇਹ ਬਣ ਜੂ R by L dt ਆ ਟਰਮ ਬਣ ਗਈ ਜਿਸ ਨੂੰ ਆਪਾਂ ਨੇ ਇੰਟੀਗ੍ਰੇਟ ਕਰਨਾ ਕਰੋ ਨੋਟ ਕੋਈ ਡਾਊਟ ਆ ਪੁੱਛੋ ਹੁਣ ਤਾਂ ਜ਼ੂਮ ਤੇ ਇਸੇ ਪਰਪਸ ਲਈ ਸਟਾਰਟ ਕੀਤਾ ਕਿ ਤੁਸੀਂ ਵਰਬਲੀ ਬੋਲ ਕੇ ਡਾਊਟ ਕਲੀਅਰ ਕਰ ਸਕੋ ਰੈਦਰ ਦੈਨ ਲਿਖਣ ਦਾ ਟਾਈਮ ਵੇਸਟ ਹੁੰਦਾ ਪੁੱਛ ਕੇ ਆਪਣੇ ਡਾਊਟਸ ਕਲੀਅਰ ਕਰੋ ਪਰਪਸ ਇਹੀ ਹੈ ਸਟੈਪ ਸਾਰਿਆਂ ਨੂੰ ਕਲੀਅਰ ਹੈ ਕਿ ਇਨਫਿਨਿਟੀ ਤੇ L ਗਾਇਬ ਹੋ ਜੂ ਤਾਂ ਸਰਕਿਟ 'ਚ ਇਕੱਲਾ R ਰਹਿ ਜੂਗਾ ਤਾਂ E ਇਜ਼ ਇਕੁਅਲ ਟੂ I ਨੋਟ R ਬਣ ਜੂਗਾ ਠੀਕ ਹੈ ਫਿਰ ਆਪਣੇ ਕੋਲ ਇਕੁਏਸ਼ਨ ਬਣ ਜਾਂਦੀ ਹੈ E ਇਜ਼ ਇਕੁਅਲ ਟੂ I ਨੋਟ R ਜਿਸ ਨੂੰ ਆਪਾਂ ਨੀਚੇ ਪੁੱਟ ਕਰਤਾ ਫਿਰ ਆਪਾਂ ਨੇ ਇਸ ਨੂੰ ਕਰਨਾ ਹੈ ਇੰਟੀਗ੍ਰੇਟ ਬੋਥ ਸਾਈਡਸ we will do integrate both sides ਜਦੋਂ ਆਪਾਂ ਇਹਨੂੰ ਇੰਟੀਗ੍ਰੇਟ ਕਰਾਂਗੇ ਤਾਂ ਇੰਟੀਗ੍ਰੇਟ ਕੀ ਹੋ ਜੂ ਆਪਣੇ ਕੋਲ ਇੰਟੀਗ੍ਰੇਸ਼ਨ ਆਫ di/I ਨੋਟ ਮਾਈਨਸ I is equal to R by L dt ਹੁਣ ਧਿਆਨ ਇੱਥੇ ਹੀ ਰੱਖਣਾ ਆਪਾਂ ਨੇ ਕਿ ਟਾਈਮ ਦੀ ਜਿਹੜੀ ਲਿਮਿਟ ਹੈ ਇੰਟੀਗ੍ਰੇਸ਼ਨ ਦੀ ਉਹ ਹੋਣੀ ਹੈ 0 ਤੋਂ ਲੈ ਕੇ t ਤੱਕ ਕਾਮਨ ਸੈਂਸ ਜਦੋਂ ਟਾਈਮ 0 ਸੀ ਕਰੰਟ ਕਿੰਨਾ ਸੀ ਸਰਕਿਟ 'ਚ 0 ਕਿਉਂਕਿ ਬੈਟਰੀ ਹਾਲੇ ਜਸਟ ਕਨੈਕਟ ਕੀਤੀ ਸੀ ਤੇ ਟਾਈਮ t ਤੇ ਕਰੰਟ ਕਿੰਨਾ ਹੋ ਗਿਆ I ਹੋ ਗਿਆ ਆਪਾਂ ਇਹਦੀ ਕਰ ਦਿੰਦੇ ਆ ਇੰਟੀਗ੍ਰੇਸ਼ਨ ਕੀ ਆ ਜੂ log ਟੂ ਦਾ ਬੇਸ E I naught minus I limits from 0 to I divide by I naught minus I the derivative I naught the derivative 0 I the derivative 1 ਕਿਹਦੇ ਇਕੁਅਲ ਬਣ ਜੂ R by L integration of dt integration dt ਕੀ ਹੁੰਦਾ ਹੈ t ਕੱਲਾ limits from 0 to t ਆਪਣੇ ਕੋਲ ਇੱਥੇ ਬਣੂਗਾ log to the base E
पहला पुट करांगे आपां आई, ध्यान रखना आ फिक्स वैल्यू है, इसनूं नहीं चेंज कर सकते, आ वेरीएबल है। तो पहला आई पुट करांगे, फिर उसकी जगह पर 0 पुट करांगे। तो पहला क्या जो आई नॉट माइनस आई माइनस लॉग आई नॉट माइनस 0, ਜਿਹੜਾ माइनस डिनोमीनेटर का उसनूं मल्टीप्लाई कर लिया माइनस आर बाय एल टी, डी टी का इंटीग्रेशन क्या बन गया टी, लिमिट 0 टू टी है जिसकी आंसर भी टी बनूगा। ठीक है, ਜਦੋਂ ਆਪਣੇ ਕੋਲ log a माइनस log b ਹੁੰਦਾ ਤਾਂ ਆਪਣੇ ਕੋਲ ਬਣ ਜਾਂਦਾ log a by b। ਤਾਂ ਇੱਥੇ ਕੀ ਬਣ ਜੂ log I naught minus I divide by I naught to the base e, ਇਹ ਰੱਖ ਲੈਣਾ is equal to minus r by l t। स्टेप समझे? मोबाइल तो जेड़े जेड़े देख रहे हो तुसी बोल सकते हो बच्चे। तो आ वाला लॉग इस साइड जाके की बन जू पावर, तो बन जूगा आई नॉट बाय आई नॉट माइनस आई बाय आई नॉट इज इक्वल टू ई रेस्ट पा माइनस आर बाय एल टी। ठीक है, आई नॉट नाल आई नॉट कैंसिल हो गए, वन बन जू। we will get 1 minus I by I naught is equal to e raised to power minus r by l t। तो बन जूगा I by I naught is equal to 1 minus e raised to power minus r by l t। क्रॉस मल्टीप्लाई कर दो, I is equal to I naught 1 minus e raised to power minus r by l t। बस फिर t की वैल्यू पुट करनी है केड़ी केड़ी 0, टाइम कॉन्स्टेंट l by r एंड थर्ड वैल्यू होंगी अपने को इन्फिनिटी। आंसर सेम होगा। समझ आ गया साਰਿਆਂ ਨੂੰ? नोट हो गया साਰਿਆਂ ਦਾ? नाल नाल नोट करो ताई ਤੁਹਾਡਾ फायदा है। ਕੱਲੇ मेरे ਇੱਥੇ ਕਰਨ ਦਾ ਕੋਈ ਫਾਇਦਾ नहीं होना, ਤੁਹਾਨੂੰ ਇਹ चीज़ याद रखियो। रुपनीत बोल के दस दो बच्चे। खिचड़ी बनूगी मैं पहला दस दिना, जे तुसी खुद प्रैक्टिस करन लगोगे ਤੁਹਾਡੇ सामने खिचड़ी बनूगी। जब तक तुसी ਇਹਨਾਂ ਨੂੰ खुद एक या दो बार लिख के नहीं देखते पूरे आर्टिकल ਨੂੰ, ਉਦੋਂ तक ਤੁਹਾਨੂੰ याद नहीं होगा। इसे परपज़ कर मैंने क्या सीखा कि 2-3 दिन क्लास एक्स्ट्रा लग जूगी, कोई फर्क नहीं पैंदा हैगा। ठीक है, बट ये है कि ਤੁਹਾਨੂੰ ਇਹ ਚੀਜ਼ਾਂ ਫਿਕਸ ਹੋ ਜਾਣਗੀਆਂ ਦਿਮਾਗ ਦੇ ਵਿੱਚ, ਤੁਹਾਨੂੰ ਯਾਦ ਰਹਿਣੀਆਂ ਸਟਾਰਟ ਹੋ ਜਾਣਗੀਆਂ। नोट हो गया सारे ਦਾ? जब तक इसनूं लिख के नहीं लिखते उद तक चीज़ां याद नहीं रहंदियां, पहला दसना मैं। हरप्रीत, राधिका, चरण, कबीर, कशिश, रितिका। हरप्रीत मैग दा हो गया। एकम दा हो गया, चरण दा हो गया, जशन दा हो गया। गुड। चलो हुण आपां एक चार्जिंग हो गया, या फिर आपां कह सकते हैं राइज ऑफ करंट हो गया। नैक्सट स्टैप्स की करना आपां ने फॉल ऑफ करंट। तो फॉल ऑफ करंट दा की बनूगा? द फॉल ऑफ करंट की करना आपां ने, एक रेजिस्टेंस है, ये तो सारा दो चल इन्हां दा, एक इंडक्टर है, आपां ने की करता बैटरी गायब करके विचों कनैक्ट करता, आपस कनैक्ट करता।
इस टाइम की होया, इस टाइम अपने को एक t इज इक्वल टू 0 है, t इज इक्वल टू t है, t इज इक्वल टू इनफिनिटी है। तो इस केस च हुण इनिशियली करंट की है मैक्सिमम है, ताई फॉल करूगा ना, जे मैक्सिमम है तो फॉल करूगा। मैक्सिमम कितना आई नॉट, ਜਦੋਂ ਇਹ ਜਿਹੜਾ ਇਸ ਦੇ ਅਕ੍ਰੋਸ ਮਤਲਬ ਕਰੰਟ ਸੀਗਾ ਉਹ ਅਚਾਨਕ ਜ਼ੀਰੋ ਨਹੀਂ ਹੋਊਗਾ ਡਿਊ ਟੂ ਇੰਡਿਊਸ ਕਰੰਟ, ਤਾਂ ਇਟ ਵਿਲ ਟੇਕ ਸਮ ਟਾਈਮ। ਤਾਂ ਫਾਈਨਲ 'ਚ ਜਾ ਕੇ ਕੀ ਹੋ ਜਾਊਗਾ ਜ਼ੀਰੋ, ਬਿਕੋਜ਼ ਉਹ ਡਿਸੀਪੇਟ ਹੋ ਗਿਆ ਅਕ੍ਰੋਸ ਦਾ ਰਜਿਸਟਰ। ਇਨ ਬਿਟਵੀਨ ਵੈਲਿਊ ਵੁੱਡ ਬੀ ਆਈ, ਇਨ ਬਿਟਵੀਨ ਵੈਲਿਊ ਹਮੇਸ਼ਾ ਆਈ ਰਹੂਗੀ, ਇਹ ਚੀਜ਼ ਧਿਆਨ ਰੱਖਿਓ। ਬਸ ਫॉल ਦੇ ਵਿੱਚ ਜਿਹੜੀ ਇੰਟੀਗ੍ਰੇਸ਼ਨ ਦੀ ਲਿਮਿਟ ਹੋਊਗੀ ਉਹ ਸਟਾਰਟਿੰਗ ਹੋਊਗੀ ਆਈ ਨੋਟ ਤੋਂ, ਜਾਊਗੀ ਆਪਣੀ ਆਈ ਤੱਕ, ਠੀਕ ਹੈ। ਤਾਂ ਆਪਣੇ ਕੋਲ ਹੁਣ ਇਸ ਦੇ ਕ੍ਰਾਸ ਵੋਲਟੇਜ ਹੈ ਵੀ ਆਰ, ਇਸ ਦੇ ਕ੍ਰਾਸ ਵੋਲਟੇਜ ਹੈ ਵੀ ਐਲ। ਬਾਈ ਡੈਫੀਨੇਸ਼ਨ E ਕਿਹਦੇ ਇਕੁਅਲ ਹੁੰਦਾ ਹੈ, ਵੀ ਆਰ ਪਲਸ ਵੀ ਐਲ, ਨਾਲ ਨੋਟ ਕਰ ਲਓ। ਹੁਣ ਬੈਟਰੀ ਹੈ ਨਹੀਂ ਤਾਂ ਇਹ ਕਿੰਨੀ ਹੋ ਜੂ ਜ਼ੀਰੋ, ਵੀ ਆਰ ਬਾਈ ਡੈਫੀਨੇਸ਼ਨ ਕਿੰਨੀ ਹੋ ਜੂ आई आर, वी एल की हो जू एल डी आई बाई डी टी, ठीक है। फिर लिखांगे आई आर विद नेगेटिव साइन इज इक्वल टू एल डी आई बाई डी टी। फिर डी आई बाई आई के इक्वल बन जू, ये बन जूगी माइनस आर बाई एल डी टी दे। हो गया बस सॉल्व। नैक्सट इंटीग्रेट करो। टाइम द लिमिट्स कितने होंगे हमेशा, फ्रॉम 0 टू टी, ठीक है। तो 0 तो लैके टी तक टाइम जाऊगा। जो टाइम 0 है तो करंट कितना है आई नॉट, जो टाइम टी है तो करंट कितना है आई। बस यही बेसिकली चीज़ देखनी है तुम, इंटीग्रेशन की लिमिट्स, ठीक है। इंटीग्रेशन की बनवा दी, लॉग आई बन जो अपने को डी आई बाई डी टी टू द बेस ई लिमिट्स फ्रॉम आई नॉट टू आई इज इक्वल टू माइनस आर बाय एल टी। तो पहला अपन की करना है अपर लिमिट पुट करनी है, पहला अपर लिमिट पुट करांगे फिर माइनस करांगे लोअर लिमिट। तो बन जो लॉग आई माइनस लॉग आई नॉट इज इक्वल टू माइनस आर बाई एल टी, ठीक है। सिमिलरली आ चीज़ ये डिवाइड हो, इट विल बी लॉग आई बाय आई नॉट टू द बेस ई इज इक्वल टू माइनस आर बाय एल टी। तो लॉग ਨੂੰ ਇੱਥੇ ਲੈ ਜਾਾਂਗੇ ਆਪਾਂ, लॉग ਲੈਫਟ ਸਾਈਡ ਤੇ ਰਾਈਟ ਸਾਈਡ ਤੇ ਜਾ ਕੇ ਬਣ ਜਾਂਦਾ ਹੈਗਾ e ਦੀ ਪਾਵਰ। ਤਾਂ i ਬਾय आई नॉट ਕਿਹਦੇ ਇਕੁਅਲ ਬਣ ਜਾਊਗਾ e रेज़ पावर माइनस आर बाय एल टी। तो अपने को i के इक्वल बन जाऊगा आई नॉट ई रेज़ पावर माइनस आर बाय एल इंटू टी। आ चीज़ बन ये फाइनल रिजल्ट है, आ फाइनल रिजल्ट है। तो एक सिंगल शीट के उत्ते अपने को फॉल ऑफ करंट हो गया। ये मेरे हिसाब नाल तुहानू कोई कन्फ्यूजन नहीं होनी चाहिए। नोट करो, दसो अगेन, कन्फर्म मी। हर्ष लेट हो गए बच्चे अज। सिमरन तुसी किवें बाहर हो गए सी? जिन्हों ने सुनिया उन्होंने कर लिया? हाँ जी सर। बोल के दस दिया करो, ज़्यादा बैटर है लिखने की बजाय, यस सर। क्योंकि तुहाडे मोबाइल Yes, के माइक sir. भी बोल जाते हैं। क्लीयर तो सारिਆਂ ਨੂੰ है ना? हुण तो पहला भी 2 बार लिख के देख लिया, हुण भी 2 बार लिखवाता। तो अपने को की हो गया, आर एल सर्किट हो गया। नैक्सट वी विल डिस्कस अबाउट द आर सी सर्किट। आर सी सर्किट की हुआ अपने को चार्ज होगा कैपेसिटर, फिर डिस्चार्ज होगा, फिर चार्ज होगा, फिर डिस्चार्ज होगा, यही चीज़ चली होगी, ठीक है। तो अपने को सब तो पहले होगी चार्जिंग ऑफ कैपेसिटर इन आर सी सर्किट। सी के टी मैं शॉर्ट फॉर्म पढ़ना होना सर्किट में। तो अपने को डायग्राम वुड बी सेम, एक रेजिस्टेंस एक कैपेसिटेंस। बैटरी ई 1 2 3 3 पॉइंट्स ने, इसके क्रॉस वोल्टेज वी आर, इसके क्रॉस वी सी, ठीक है। कैपेसिटर की खासियत की होंगी अपने को, कैपेसिटर इनिशियली तो है ही नहीं सर्किट के विच, फाइनल दे विच की करता है ये करंट जीरो कर देता है, ठीक है। तो अपने को फाइनल पहली गल तो टी इज इक्वल टू 0 देखा, टी देखा,
ਇਨਫਿਨਿਟੀ ਦੇਖਾਂਗੇ। ਕੀ ਦੇਖਣਾ ਹੈ? ਚਾਰਜ ਚਾਰਜ ਚਾਰਜ। ਦਿਮਾਗ ਲਗਾਓ, ਇਨੀਸ਼ੀਅਲੀ ਚਾਰਜ ਕਿੰਨਾ ਹੋ ਜੂ? 0। ਬੈਟਰੀ ਜਿਸ ਤੱਕ ਕਨੈਕਟ ਕੀਤੀ ਚਾਰਜ ਕਿੱਥੋਂ ਹੋਊਗਾ? ਤੇ ਇਨਫਿਨਿਟੀ ਤੇ ਜਾ ਕੇ ਕਿੰਨਾ ਹੋ ਜੂ? ਮੈਕਸਿਮਮ ਚਾਰਜ। ਕਿਊ ਕਿੰਨਾ ਹੋ ਜੂ ਆਪਣੇ ਕੋਲ? ਇਨ ਬਿਟਵੀਨ ਕਿਊ। ਤਾਂ ਜਦੋਂ ਟੀ ਇਜ਼ ਇਕੁਅਲ ਟੂ ਇਨਫਿਨਿਟੀ ਹੈ ਤਾਂ ਆਪਣੇ ਕੋਲ ਕਰੰਟ ਸਰਕਟ 'ਚੋਂ 0 ਹੈ ਤਾਂ ਵੀ ਆਰ 0 ਹੈ। ਸਾਰੀ ਦੀ ਸਾਰੀ ਜਿਹੜੀ ਬੈਟਰੀ ਦੀ ਵੋਲਟੇਜ ਹੈ ਉਹ ਕੈਪੈਸਿਟਰ ਦੇ ਅਲੋਂਗ ਹੈ, ਤਾਂ ਇਸ ਦੇ ਅਕਰੋਸ ਮੈਕਸਿਮਮ ਚਾਰਜ ਹੋ ਜੂ ਕਿਊ ਨੋਟ। ਕਿਊ ਨੋਟ ਨੂੰ ਆਪਾਂ ਲਿਖਾਂਗੇ ਈ ਸੀ, ਤਾਂ ਈ ਨੂੰ ਲਿਖਾਂਗੇ ਆਪਾਂ ਕਿਊ ਨੋਟ ਬਾਈ ਸੀ। ਆਹ ਚੀਜ਼ ਧਿਆਨ ਰੱਖਿਓ। ਕਲੀਅਰ? ਤਾਂ ਆਪਣੇ ਕੋਲ ਕਿਊ ਨੋਟ ਕਿਹਦੇ ਇਕੁਅਲ ਹੋ ਗਿਆ? ਈ ਸੀ ਦੇ ਇਕੁਅਲ ਹੋ ਗਿਆ, ਬਿਕੋਜ਼ ਐਟ ਟੀ ਇਜ਼ ਇਕੁਅਲ ਟੂ ਇਨਫਿਨਿਟੀ ਸਾਰਾ ਦਾ ਸਾਰਾ ਚਾਰਜ ਕੈਪੈਸਿਟਰ ਦੇ ਅਲੋਂਗ ਹੋ ਜੂ। ਸਰਕਟ ਚੋਂ ਕਰੰਟ ਕੋਈ ਫਲੋ ਨਹੀਂ ਕਰੂਗਾ, ਤਾਂ ਜਿਹੜਾ ਕੈਪੈਸਿਟਰ ਹੈ ਉਹ ਆਪਾਂ ਨੇ ਕੀ ਕਰਨਾ ਹੈ? ਚਾਰਜ ਕੀਤਾ। ਠੀਕ ਹੈ। ਆਪਾਂ ਇਸ ਕੇਸ 'ਚ ਕੀ ਕਰਾਂਗੇ? ਕਨੈਕਟ 1 ਐਂਡ 2, 1 ਤੇ 2 ਨੂੰ ਕਨੈਕਟ ਕਰਾਂਗੇ ਅਗੇਨ। ਜਦੋਂ 1 2 ਨੂੰ ਅਗੇਨ ਕਨੈਕਟ ਕਰਾਂਗੇ ਤਾਂ ਆਪਣੇ ਕੋਲ ਜੋ ਕਿਰਚੌਫ ਸੈਕਿੰਡ ਲਾਅ ਕਹਿੰਦਾ ਹੈ ਕਿ ਬੈਟਰੀ ਦੀ EMF ਵਿਲ ਬੀ ਡਿਵਾਈਡਡ ਇਨਟੂ 2 ਪਾਰਟਸ, ਇੱਕ VR ਤੇ ਇੱਕ VC ਦੇ ਇਕੁਅਲ। VR ਕਿਹਦੇ ਇਕੁਅਲ ਹੁੰਦਾ ਹੈ? IR ਦੇ ਇਕੁਅਲ। VC ਕਿਹਦੇ ਇਕੁਅਲ ਹੋਊਗਾ? Q ਬਾਈ C, ਬਿਕੋਜ਼ ਚਾਰਜ ਇਜ਼ ਇਕੁਅਲ ਟੂ CV ਹੁੰਦਾ ਹੈ, ਤਾਂ V ਕਿਹਦੇ ਇਕੁਅਲ ਹੋ ਜੂ? Q ਬਾਈ C ਦੇ। ਠੀਕ ਹੈ। E ਕਿਹਦੇ ਇਕੁਅਲ ਹੈ? E ਆਪਾਂ ਨੇ ਇੱਥੇ ਹਾਈਲਾਈਟ ਕਰਕੇ ਰੱਖਿਆ ਹੋਇਆ, ਦੈਟ ਇਜ਼ Q ਨੋਟ ਬਾਈ C। ਤਾਂ ਇਹ ਹੋ ਜੂ Q ਨੋਟ ਮਾਈਨਸ Q ਬਾਈ C ਇਜ਼ ਇਕੁਅਲ ਟੂ ਆਰ ਆਈ। ਆਈ ਨੂੰ ਆਪਾਂ ਲਿਖ ਸਕਦੇ ਹਾਂ DQ ਬਾਈ DT। ਠੀਕ ਹੈ। ਫਿਰ ਕੀ ਕਰਾਂਗੇ? ਜੋ ਟਰਮ ਚਾਰਜ ਵਾਲੀ ਹੈ ਇਸ ਨੂੰ ਆਪਾਂ ਚਾਰਜ ਦੇ ਨੀਚੇ ਰੱਖਾਂਗੇ। ਜੋ ਟਰਮ ਬਾਕੀ ਰਹਿ ਜੂਗੀ ਉਸ ਨੂੰ ਆਪਾਂ ਨੇ ਕੀ ਕਰਨਾ? ਉਸ ਨੂੰ ਆਪਾਂ ਨੇ ਅਲੱਗ ਰੱਖ ਲੈਣਾ। ਤਾਂ ਇਹ ਅਲੱਗ ਕਿਹੜੀ ਹੋਗੀ? DT ਅਲੱਗ ਹੋ ਗਈ ਆਪਣੇ ਕੋਲ, DT R ਤੇ C। ਤਾਂ ਆਪਣੇ ਕੋਲ ਕੀ ਬਚੂਗਾ? DQ ਬਾਈ Q ਨੋਟ ਮਾਈਨਸ Q ਇਜ਼ ਇਕੁਅਲ ਟੂ DT ਜਾਓ ਨਿਊਮਰੇਟਰ 'ਚ, DT ਨਿਊਮਰੇਟਰ 'ਚ ਗਿਆ, ਨਾਲ ਜਾਊ C, ਨਾਲ ਜਾਊ R, ਤਾਂ RC DT ਬਣ ਨਹੀਂ C ਬਾਈ R ਬਣਨਾ ਸੀ। ਯੈਸ, ਇੱਥੇ ਬਣਨਾ ਸੀ ਆਪਣੇ ਕੋਲ। ਮੈਂ ਇਸਨੂੰ ਈਜ਼ੀ ਸਿੰਪਲੀਫਾਈ ਲਿਖ ਕਰਕੇ ਲਿਖਦਾ। ਆਪਣੇ ਕੋਲ ਹੋ ਜਾਊਗਾ DT ਬਾਈ RC ਇਜ਼ ਇਕੁਅਲ ਟੂ DQ ਬਾਈ Q ਨੋਟ ਮਾਈਨਸ Q। ਹੁਣ ਤੁਹਾਨੂੰ ਕਲੀਅਰ ਹੋਊਗਾ। ਠੀਕ ਹੈ। DT ਬਾਈ RC ਹੋ ਗਿਆ ਇਜ਼ ਇਕੁਅਲ ਟੂ DQ ਓਵਰ Q ਨੋਟ ਮਾਈਨਸ Q ਹੈ। ਫਿਰ ਕੀ ਕਰਨਾ? ਇਸ ਦਾ ਇੰਟੀਗ੍ਰੇਟ ਕਰਨਾ ਹੈ। ਇੰਟੀਗ੍ਰੇਟ ਕਰਨ ਵਾਸਤੇ ਕਿਹੜੀ ਚੀਜ਼ ਚਾਹੀਦੀ ਹੈ? ਲਿਮਿਟਸ ਚਾਹੀਦੀਆਂ ਨੇ। ਆ ਉੱਪਰ ਮੈਂਸ਼ਨ ਕੀਤੇ ਹੋਏ ਨੇ। ਤਾਂ ਲਿਮਿਟ ਕੀ ਖੇਡਣਾ ਆਪਾਂ ਨੇ? ਟਾਈਮ ਤਾਂ ਲਿਮਿਟ ਤਾਂ 0 ਟੂ T ਹੁੰਦਾ ਹੈ। ਜਦੋਂ ਟਾਈਮ 0 ਸੀ ਚਾਰਜ ਕਿੰਨਾ ਸੀ? 0। ਲਿਮਿਟ ਪੁੱਟ ਕਰਨਾ ਮੈਥਡ ਹੈ। ਜਦੋਂ ਟਾਈਮ T ਹੋਇਆ ਚਾਰਜ ਕਿੰਨਾ ਹੋ ਗਿਆ? Q। ਕਲੀਅਰ? ਹੁਣ ਇਸ ਪਾਰਟਿਕੂਲਰ ਪੋਰਸ਼ਨ ਨੂੰ ਆਪਾਂ ਨੇ ਇੰਟੀਗ੍ਰੇਟ ਕਰਨਾ। ਜਦੋਂ ਇਸ ਪਾਰਟਿਕੂਲਰ ਪੋਰਸ਼ਨ ਨੂੰ ਇੰਟੀਗ੍ਰੇਟ ਕਰਾਂਗੇ ਆਪਾਂ, ਉਸ ਮੂਮੈਂਟ ਤੇ ਆਪਾਂ ਸਰ ਨੂੰ ਹਾਂਜੀ ਸਰ ਟਾਈਮ 0 ਲਿਖਤਾ ਤੁਸੀਂ, ਇੱਕ T ਨਹੀਂ ਆਊਗਾ? ਟਾਈਮ 0 ਤੋਂ T ਜਾ ਰਿਹਾ ਹੈ। ਦੇਖ ਲਓ ਇੱਕ ਵਾਰ ਦੁਬਾਰਾ ਦੇਖ ਲੈਂਦੇ ਆਪਾਂ। ਜਦੋਂ ਆਪਣੇ ਕੋਲ ਟਾਈਮ 0 ਹੈ ਉਦੋਂ ਹਲੇ ਜਸਟ ਬੈਟਰੀ ਕਨੈਕਟ ਕੀਤੀ ਹੈ ਤਾਂ ਕੈਪੈਸਿਟਰ ਤੇ ਕੋਈ ਚਾਰਜ ਹੀ ਨਹੀਂ ਆਇਆ। ਚਾਰਜ ਕਿੰਨਾ? 0। ਜਦੋਂ ਟਾਈਮ ਇਨਫਿਨਿਟੀ ਹੈ ਤਾਂ ਸਾਰਾ ਦਾ ਸਾਰਾ ਚਾਰਜ ਕੈਪੈਸਿਟਰ ਤੇ ਚਲਾ ਗਿਆ, ਰੈਜ਼ਿਸਟੈਂਸ ਚੋਂ ਕਰੰਟ ਨਹੀਂ ਜਾ ਰਿਹਾ, ਤਾਂ ਚਾਰਜ ਮੈਕਸਿਮਮ ਹੋ ਗਿਆ। ਇਨ ਬਿਟਵੀਨ ਕੀ ਹੋ ਗਿਆ? T ਟਾਈਮ, ਤੇ ਚਾਰਜ ਕਿੰਨਾ ਇਨ ਬਿਟਵੀਨ? ਕੋਈ Q ਹੋਊਗਾ। ਹੁਣ ਕਲੀਅਰ? ਆਪਾਂ ਨੇ ਲੈਣਾ 0 ਟੂ T। 0 ਤੇ 0 ਹੈ, T ਤੇ Q ਹੈ। 0 ਤੇ ਚਾਰਜ 0 ਹੈ, ਟਾਈਮ T ਤੇ ਚਾਰਜ Q ਹੈ। ਕਲੀਅਰ? ਨਵਰੀਤ ਨੇ ਪੁੱਛਿਆ ਸੀਗਾ, ਕਿਸਨੇ ਪੁੱਛਿਆ ਸੀ ਕੁਐਸਚਨ ਇਹ? ਸਰ ਰੁਪਨੀਤ ਨੇ। ਰੁਪਨੀਤ ਨੇ। ਹੁਣ ਕਲੀਅਰ ਹੈ ਬੱਚੇ ਕਿ ਜਦੋਂ ਟਾਈਮ ਹਾਂਜੀ ਸਰ। 0 ਹੈ ਤਾਂ ਚਾਰਜ ਵੀ 0 ਹੋਊਗਾ, ਜਦੋਂ ਟਾਈਮ T ਹੈ ਚਾਰਜ Q ਹੋ ਜਾਊਗਾ, ਜਦੋਂ ਇਨਫਿਨਿਟੀ ਜਾਊ ਚਾਰਜ Q ਨੋਟ ਹੋ ਜਾਊਗਾ। ਇਸ ਥਰਡ ਪੋਰਸ਼ਨ ਨੂੰ ਆਪਾਂ ਨੇ ਯੂਜ਼ ਕਰਨਾ ਹੈ E ਦੀ ਵੈਲਿਊ ਪੁੱਟ ਕਰਨ 'ਚ, ਇੰਟੀਗ੍ਰੇਸ਼ਨ 'ਚ ਯੂਜ਼ ਨਹੀਂ ਹੁੰਦਾ ਹੈ। ਫਿਰ ਆਪਾਂ ਜਦੋਂ ਇੰਟੀਗ੍ਰੇਟ ਕਰਾਂਗੇ dt ਦੀ ਇੰਟੀਗ੍ਰੇਸ਼ਨ ਹੋ ਜੂ T ਲਿਮਿਟਸ ਫਰੋਮ 0 ਟੂ T। RC ਤਾਂ ਕਾਂਸਟੈਂਟ ਟਰਮ ਹੈ, ਨੀਚੇ ਰੱਖ ਲਿਆ ਐਜ਼ ਇਟ ਇਜ਼ ਇਕੁਅਲ ਟੂ DQ ਦੀ ਇੰਟੀਗ੍ਰੇਸ਼ਨ ਹੁੰਦੀ ਹੈ log ਟੂ ਦ ਬੇਸ E। ਠੀਕ ਹੈ। Q नॉट माइनस Q डिवाइड बाय
क्यू नॉट कॉन्स्टेंट टर्म है, डेरीवेटिव से जो 0 माइनस क्यू ਦਾ ਡੈਰੀਵੇਟਿਵ 1 ਤੇ ਇਹਦੀ ਲਿਮਿਟਸ ਕਿੱਥੋਂ ਜਾਣੀਆਂ ਨੇ, ਲਿਮਿਟਸ ਆਹੀ ਪੁੱਟ ਕਰਾਂਗੇ 0 ਤੋਂ ਲੈ ਕੇ ਕਿਊ ਤੱਕ, 0 ਤੋਂ ਲੈ ਕੇ ਕਿਊ ਤੱਕ। ਆਹ ਨੈਗੇਟਿਵ ਟਰਮ ਨੂੰ ਜਿਹੜੀ -1 ਹੈ ਇਸ ਨੂੰ ਕ੍ਰਾਸ ਮਲਟੀਪਲਾਈ ਕਰਾਂਗੇ, ਆਪਣੇ ਕੋਲ ਬਚੂ -t/RC ਇਜ਼ ਇਕੁਅਲ ਟੂ, ਮਤਲਬ ਆਪਾਂ ਨੇ t -0 ਕੀਤਾ, ਇਸ ਪਰਟੀਕੂਲਰ ਟਰਮ ਦੀ ਵੈਲਿਊ t ਹੋ ਜੂ, t ਹੋ ਗਈ ਵੈਲਿਊ, ਨੈਗੇਟਿਵ ਆਪਾਂ ਇੱਥੋਂ ਲੈ ਕੇ ਗਏ ਰਾਈਟ ਸਾਈਡ ਤੋਂ ਮਾਈਨਸ ਆ ਗਿਆ, RC ਐਜ਼ ਇਟ ਇਜ਼ ਪਿਆ ਸੀ, ਇਹ ਬਣ ਜੂ ਆਪਣੇ ਕੋਲ log ਟੂ ਦ ਬੇਸ e क्यू नॉट माइनस क्यू लिमिट्स फ्रॉम 0 टू क्यू। तो ਆਪਾਂ ਨੇ ਪਹਿਲਾਂ ਪੁੱਟ ਕਰਨੀ ਹੈ ਅਪਰ ਲਿਮਿਟ ਦੈਟ ਇਜ਼ क्यू, ਅਪਰ ਲਿਮਿਟ ਮਾਈਨਸ ਕਰਕੇ ਲਿਮਿਟ ਪੁੱਟ ਕਰਾਂਗੇ 0। ਇੰਟੀਗ੍ਰੇਸ਼ਨ ਦੀ ਲਿਮਿਟਸ ਦੇ ਵਿੱਚ ਹੀ ਬੱਚੇ ਕਨਫਿਊਜ਼ ਹੋਣੇ ਨੇ, ਇਸ ਲਈ ਮੈਂ ਇਸ ਨੂੰ ਰਿਪੀਟ ਕਰਦਾ ਨਾ ਬਾਰ-ਬਾਰ। ਤਾਂ ਸਭ ਤੋਂ ਪਹਿਲਾਂ ਆਪਾਂ ਅਪਰ ਲਿਮਿਟ ਪੁੱਟ ਕਰਨੀ ਹੈ ਕਿੰਨੀ, क्यू नॉट माइनस क्यू, ठीक है, माइनस log टू द बेस e, फिर लोअर लिमिट दैट इज क्यू नॉट माइनस 0 इज इक्वल टू -t/RC, ਆ ਚੀਜ਼ ਬਣੀ। ਹੁਣ ਆਹ ਵਾਲੀ ਟਰਮ ਇਹਦੇ ਨੀਚੇ ਆ ਜੂ, ਆਪਣੇ ਕੋਲ ਬਣ ਜੂ log Q0 माइनस Q/Q0 टू द बेस e ਕਿਹਦੇ ਇਕੁਅਲ ਹੈ -t/RC। ਇਸ log ਨੂੰ ਇੱਥੇ ਲੈ ਕੇ ਜਾਵਾਂਗੇ ਤੇ ਇਹ ਬਣ ਜੂ Q0/Q0 माइनस Q/Q0, ਆ ਟਰਮ ਇੰਡੀਵਿਜੂਅਲੀ ਬਣ ਗਈ, ਕਿਹਦੇ ਇਕੁਅਲ ਹੈ e⁻−t/RC। ਇੱਥੇ ਆਪਣੇ ਕੋਲ ਟਾਈਮ ਕੌਂਸਟੈਂਟ ਦੀ ਵੈਲਿਊ ਵੀ RC ਦੇ ਇਕੁਅਲ ਹੀ ਹੁੰਦੀ ਹੈ, ਆ ਕੈਂਸਲ ਹੋ ਕੇ ਬਣ ਜੂਗਾ 1, ਇਹ ਬਣ ਜੂ 1 माइनस Q-Q0 इज इक्वल टू e⁻−t/RC। Q/Q0 की बन जू 1 माइनस e⁻−t/RC, क्रॉस मल्टीप्लाई वी विल गेट अवर आंसर, Q इज इक्वल टू Q0 1 माइनस e⁻−t/RC। अपने को बन गया Q दी वैल्यू। लेंथी है नो डाउट, बट प्रैक्टिस तो बिना नहीं हो सकता, प्रैक्टिस करोगे कोई कन्फ्यूजन नहीं, कोई डाउट नहीं रहना, नहीं करोगे तो कन्फ्यूज होवोगे। बेसिक इंटीग्रेशन सारे ਨੂੰ क्लीयर, पिछले RL सर्किट 'ਚ भी अपने को इंटीग्रेशन सेम ही बनी सी, ਹੁਣ भी सेम ही बनी, कोई डिफरेंस नहीं है, आंसर रिजल्ट भी सेम बने। ਇਹਦੇ ਵਿੱਚ ਆਪਣੇ ਕੋਲ टाइम कॉन्स्टेंट की जी वैल्यू बनूगी दैट इज इक्वल टू RC, ठीक है। एक टाइम स्पैशल केस ਦੇ ਵਿੱਚ 0 ਲੈਂਦੇ ਆ, एक टाइम RC ਦੇ इक्वल ਲੈਂਦੇ ਆ दैट इज टाइम कॉन्स्टेंट, दूसरा ले लेने ਆਪਾਂ इन्फिनिटी। नोट हो गया, यस सारे का। जे किसी का पेंडिंग है तो बोल दो, लिख दो, 2 मिनट लेट मैं नैक्सट वाला पार्ट करा दूँ, कोई फर्क नहीं पैन लग गया, जे डाउट है तो पूछ लो। तो अपने को नैक्सट पार्ट मैं कर रहे हैं स्टार्ट। नैक्सट पार्ट आ जाओ अपने को डिक्रीज ऑफ चार्ज इन RC। तो कॉमन सेंस है, जो डिक्रीज करूँगा 0 T से इन्फिनिटी से, तो जे डिक्रीज करूँगा मतलब इनिशियल की सी वो चार्ज अवेलेबल सी ताई डिक्रीज करूँ, फाइनल की होगा 0, तो इन बिटवीन की हो जाऊगा क्यों, सर्किट की हो जू एक R, एक हो जाऊगा C। की किया आपने बैटरी नू गायब करके इन बिटवीन वायर के क्रॉस शॉर्ट करता, जिसमें आप इसको कहेंगे VR, इसको कहेंगे VC। सिंपल है। तो जदों आप किरचॉफ लॉ लगाने E इज इक्वल टू VR प्लस VC, E कि इक्वल है 0, है ही नहीं, बैटरी तो है ही नहीं, इज इक्वल टू IR, VC होंगे Q/C, तो माइनस Q/C कि इक्वल हो गया IR से, माइनस Q/C कि इक्वल हो गया R dQ/dt, dQ/Q की इक्वल हो जाएगा माइनस dt/RC, ठीक है। फिर की करेंगे इंटीग्रेट,
इंटीग्रेट ਹੁਣ ਇੱਥੇ ਦੇਖਣਾ ਹੈ टाइम होगा 0 टू टी जो टाइम 0 सी चार्ज कितना सी सर्किट ते क्यू नॉट जो टाइम टी है चार्ज कितना है क्यू बस हो गई इंटीग्रेशन जे आ वाली चीज़ समझ आ गई मैक्सिमम ਨੂੰ पंगा ही अपने लिमिट्स का होता है तो अपने को हो जू log क्यू टू द बेस ई लिमिट्स फ्रॉम क्यू नॉट टू क्यू इज इक्वल टू माइनस टी बाय आर सी सीधा लिख सकते हैं तो पहली टर्म्स बनू अपने कोल क्यू पुट करांगे फिर माइनस करके क्यू नोट करांगे ये हो जू log क्यू माइनस log क्यू नॉट इज इक्वल टू माइनस टी बाय आर जे दो टर्म का माइनस किया था एक टर्म नीचे आ चुकी जो log क्यू बाय क्यू नॉट टू द बेस ई इज इक्वल टू माइनस टी बाय आर सी इतने जाके पावर बन तो क्यू बाय क्यू नॉट कि इक्वल बन जू ई रेश पावर माइनस टी बाय आर सी क्यू कि इक्वल बन जू क्यू नॉट ई रेश पावर माइनस टी बाय आर सी ये अपने को लोगे फॉल या फिर डिक्रीज ऑफ चार्ज इन आर सी सर्किट अपने को फोर्थ वाला भी हो गया एक सिंगल पेज पेज पे हो गया हूँ लॉजिकल रीजन की है क्यों मैं इस तरीके ना कराना कि जे तुसी प्रैक्टिस खुद करनी है तो एवं ही करके देखनी पू जे तुसी एवं प्रैक्टिस नहीं करोगे तो ऑटोमेटिकली होना नहीं है मैं पहला दस ना देन यू विल नॉट बी एबल टू डू इट जे प्रैक्टिस करके देखोगे तो होगा अदरवाइज नहीं होगा क्लियर है सारे हाँ जी सर यशु नोट हो गया यश पे ਤੁਹਾਡਾ नोट हो गया सब दा हाँ जी सर। सिंपल है ना कोई औखा औखा नहीं है सिंपल है क्लियर है तो हम आप ग्राफ्स बारे थोड़ा डिस्कस करते हैं वही चीज़ ठीक है क्या वैल्यूज़ किਵੇਂ पुट करनी ਆਪਾਂ ਨੇ ਇਸ ਦੇ ਵਿੱਚ ਇੱਕ ਤਾਂ t ਇਜ਼ ਇਕੁਅਲ ਟੂ 0 ਪੁੱਟ ਕਰਾਂਗੇ ਇੱਕ ਆਪਾਂ t ਇਜ਼ ਇਕੁਅਲ ਟੂ rc ਪੁੱਟ ਕਰਨੀ ਹੈ ਇੱਕ ਆਪਾਂ ਨੇ ਪੁੱਟ ਕਰਨਾ ਹੈ t ਇਜ਼ ਇਕੁਅਲ ਟੂ ਇਨਫਿਨਿਟੀ ਜਦੋਂ t ਇਜ਼ ਇਕੁਅਲ ਟੂ 0 ਪੁੱਟ ਕੀਤਾ q ਇਜ਼ ਇਕੁਅਲ ਟੂ q ਨॉट e रेज़ टू पावर 0 हो जू
ਤਾਂ ਉਹ ਕਿਊ ਨੋਟ ਦੇ ਇਕੁਅਲ ਮਤਲਬ ਕੀ ਹੋ ਜਾਊਗਾ ਮੈਕਸਿਮਮ ਹੈ ਇਨੀਸ਼ੀਅਲ ਵੈਲਿਊ ਜਦੋਂ ਆਰਸੀ ਪੁੱਟ ਕੀਤਾ ਕਿਊ ਕਿਹਦੇ ਇਕੁਅਲ ਹੋ ਜਾਊ ਕਿਊ ਨੋਟ e raised to power -1 ਤਾਂ ਕੀ ਹੋ ਜਾਊ ਕਿਊ ਨੋਟ ਬਾਈ e that is 0.368 ਟਾਈਮ ਕਿਊ ਨੋਟ ਜਦੋਂ t is equal to infinity ਹੈ ਤਾਂ ਕਿਊ ਕਿਹਦੇ ਇਕੁਅਲ ਬਣ ਜਾਊਗਾ ਕਿਊ ਨੋਟ e raised to power -infinity it can be written as q naught by e raised to power infinity which is 0 ਤਾਂ ਇਨਫਿਨਿਟੀ ਤੇ ਆਪਣੇ ਕੋਲ ਚਾਰਜ ਕਿੰਨਾ ਹੋ ਜਾਊਗਾ 0 ਤਾਂ ਗ੍ਰਾਫ ਕੀ ਬਣੂਗਾ ਲਾਈਕ ਦਿਸ ਤਾਂ t is equal to rc ਤੇ ਵੈਲਿਊ ਬਣ ਗਈ 0.368 q naught ਤੇ ਮੈਕਸਿਮਮ ਵੈਲਿਊ ਕਿੰਨੀ ਸੀ ਇਨੀਸ਼ੀਅਲੀ q naught ਗ੍ਰਾਫ ਕਿਹੜਾ ਚਾਰਜ ਵਰਸਸ ਟਾਈਮ ਗ੍ਰਾਫ ਸਿੰਪਲ ਹੁਣ ਆਪਣੇ ਕੋਲ ਧਿਆਨ ਨਾਲ ਜੇ ਸਮਝੋ ਜਿਹੜਾ t is equal to rc ਹੈ ਇਹ ਕੀ ਆਪਣੇ ਕੋਲ ਟਾਈਮ ਕਾਂਸਟੈਂਟ ਦੀ ਵੈਲਿਊ ਹੈ ਚਾਹੇ ਆਪਾਂ ਇੰਡਕਟਰ ਦੇ RL ਦੇ ਕੇਸ 'ਚ ਕਰ ਲਈ ਚਾਹੇ ਆਪਾਂ ਕੈਪੈਸਿਟਰ ਦੇ ਕੇਸ 'ਚ ਕਰ ਲਈਏ ਮੀਨਿੰਗ ਸੇਮ ਚੱਲੂਗਾ ਕਿਵੇਂ ਸੇਮ ਚੱਲੂਗਾ ਚਾਹੇ ਉਸਨੇ 0 ਤੋਂ 63.2% ਤੱਕ ਜਾਣਾ ਹੈ ਠੀਕ ਹੈ ਗ੍ਰਾਫ 'ਚ ਕਰ ਲੈਂਦੇ ਆਪਾਂ ਤਾਂ ਜਿਹੜਾ ਚਾਰਜਿੰਗ ਦਾ ਗ੍ਰਾਫ ਸੀ ਦੈਟ ਵਾਜ਼ ਲਾਈਕ ਦਿਸ this is q naught t is equal to rc ठीक है तो चार्ज कितना हो जाएगा दैट इज 63.2 मतलब 0.632 ऑफ q naught आ चीज आ चीज है ठीक है ਤਾਂ ਇਸ ਦੇ ਵਿੱਚ ਕੀ ਕੀਤਾ ਜਿਹੜਾ ਚਾਰਜ ਹੈ 0 ਤੋਂ ਲੈ ਕੇ 63.2% ਆਫ q naught ਤੱਕ ਗਿਆ ਕਿੰਨੇ ਟਾਈਮ ਦੇ ਵਿੱਚ ਜਦੋਂ t is equal to rc ਸੀ ਦੈਟ ਇਜ਼ ਟਾਈਮ ਕਾਂਸਟੈਂਟ ਦੇ ਵਿੱਚ ਜਿੰਨੇ ਟਾਈਮ ਦੇ ਵਿੱਚ charge on the capacitor increases from 0 to 63.2% उस particular time ਨੂੰ ਆਪਾਂ ਕਹਾਂਗੇ time constant ਤਾਂ ਆਹ time constant ਹੈ tau ਠੀਕ ਹੈ ਸਿਮਿਲਰਲੀ ਜਿਹੜਾ ਆਪਣੇ ਕੋਲ ਡਿਸਚਾਰਜਿੰਗ ਵਾਲਾ ਸਰਕਟ ਆ ਵਾਲਾ ਇਸ ਦੇ ਵਿੱਚ ਵੈਲਿਊ Q naught ਤੋਂ 36.8 ਜਾ ਰਹੀ ਹੈ ਮਤਲਬ ਦੋਨਾਂ ਦੇ ਵਿਚਕਾਰ ਗੈਪ ਕਿੰਨਾ ਹੈ 63.2% ਉਹੀ ਗੈਪ ਹੈ ਤਾਂ ਚਾਹੇ ਉਹ 0 ਤੋਂ 63 ਜਾ ਰਹੀ ਹੈ ਚਾਹੇ 100 ਤੋਂ 36% ਤੱਕ ਜਾ ਰਹੀ ਹੈ ਬਟ ਉਹਨਾਂ ਦੇ ਵਿਚਕਾਰ ਵੈਲਿਊ ਕਿੰਨੀ ਟਰੈਵਲਿੰਗ ਕਰਨੀ ਹੈ ਦੈਟ ਇਜ਼ 63.2% ਚਾਹੇ ਚਾਰਜਿੰਗ ਆਫ ਕੈਪੈਸਿਟਰ ਹੈ ਚਾਹੇ ਡਿਸਚਾਰਜਿੰਗ ਆਫ ਕੈਪੈਸਿਟਰ ਹੈ ਚਾਹੇ ਉਹ ਇਨਕਰੀਜ਼ ਆਫ ਰਾਈਜ਼ ਆਫ ਕਰੰਟ ਹੈ ਇਨ ਦਾ RL ਸਰਕਿਟ ਚਾਹੇ ਉਹ ਫਾਲ ਆਫ ਕਰੰਟ ਇਨ ਦਾ RL ਸਰਕਿਟ ਹੈ ਕਲੀਅਰ ਠੀਕ ਹੈ ਇੱਕ ਵਾਰ ਨੋਟ ਕਰ ਲਓ ਇਹ ਅੰਡਰਸਟੈਂਡਿੰਗ ਵਾਸਤੇ ਹੈ ਕਿ ਕੋਈ ਡਿਫਰੈਂਸ ਨਹੀਂ ਇਹਨਾਂ ਦੇ ਵਿਚਕਾਰ ਚਾਹੇ ਉਹ ਫਾਲ ਦਾ ਚਾਹੇ ਉਹ ਇਨਕਰੀਜ਼ ਦਾ ਚਾਹੇ ਉਹ RL ਸਰਕਿਟ ਦਾ ਚਾਹੇ ਉਹ RC ਸਰਕਿਟ ਦਾ ਇੱਕੋ ਹੀ ਗੱਲ ਹੈ ਨੋਟ ਕਰ ਲਓ ਫਿਰ ਮੈਂ ਕੁਝ ਹੋਰ ਪੁਆਇੰਟ ਦੱਸਣੇ ਨੇ AC DC ਦੇ ਡਿਫਰੈਂਸ ਵਾਲੇ ਅੰਡਰਸਟੈਂਡਿੰਗ ਬੇਸ ਵਾਲੇ ਤਾਂ ਆਪਣੇ ਕੋਲ ਬੇਸਿਕਲੀ ਜੋ AC ਕਰੰਟ ਹੁੰਦਾ ਉਹਦੇ ਵਿੱਚ ਚਾਹੇ ਆਪਣੇ ਕੋਲ ਇਸ ਫਾਰਮੈਟ ਦੇ ਵਿੱਚ ਹੋਵੇ ਪੋਜ਼ਿਟਿਵ ਨੈਗੇਟਿਵ ਠੀਕ ਹੈ ਬਟ ਆਪਾਂ ਪ੍ਰੈਫਰ ਕਰਦੇ ਹਾਂ ਆਹ ਵਾਲਾ ਇਹ ਕੀ ਹੁੰਦਾ ਸਾਈਨ ਵੇਵ ਹੁੰਦਾ ਜਿਹਦੇ ਵਿੱਚ ਹਾਫ ਸਾਈਕਲ ਦੇ ਬਾਅਦ ਜੋ ਕਰੰਟ ਆਪਣੀ ਡਾਇਰੈਕਸ਼ਨ ਰਿਵਰਸ ਕਰਦਾ ਹੈ ਯਾਦ ਕਰੀਏ ਤਾਂ ਉਹਦੇ ਵਿੱਚ ਯੂਜ਼ ਕਰਦੇ ਸੀ ਆਪਾਂ ਸਲਿਪ ਰਿੰਗ ਠੀਕ ਹੈ AC ਦੇ ਵਿੱਚ ਆਪਾਂ ਯੂਜ਼ ਕਰਦੇ ਸੀਗੇ ਸਲਿਪ ਰਿੰਗ ਕੀ ਕਰਦੇ ਸੀਗੇ ਡਾਇਰੈਕਸ਼ਨ ਜਿਹੜੀ ਕਰੰਟ ਦੀ ਚੇਂਜ ਹੋਈ ਹੈ ਉਸ ਨੂੰ ਐਜ਼ ਇਟ ਇਜ਼ ਪਾਸ ਕਰਦੇ ਸੀਗੇ ਐਕਸਟਰਨਲ ਸਰਕਿਟ ਤੋਂ ਤਾਂ ਆਪਣੇ ਕੋਲ I ਹੈ ਦਿਸ ਇਜ਼ I ਨੋਟ ਕੀ ਹੁੰਦਾ ਪੀਕ ਵੈਲਿਊ ਠੀਕ ਹੈ ਤਾਂ ਇਹਦੇ ਵਿੱਚ ਆਪਣੇ ਕੋਲ ਪੋਜ਼ਿਟਿਵ ਨੈਗੇਟਿਵ ਚੱਲੂਗਾ ਤਾਂ ਇੱਕ ਕੰਪਲੀਟ ਸਾਈਕਲ ਦੇ ਵਿੱਚ ਇੱਕ ਕੰਪਲੀਟ ਵਨ ਸਾਈਕਲ ਦੇ ਵਿੱਚ ਉਹ ਚੀਜ਼ ਰੋਟੇਟ ਹੋ ਨਾਰਮਲ ਜਿਹੜੀ ਆਪਣੀ ਹਾਊਸ ਹੋਲਡ ਦੀ ਫ੍ਰੀਕੁਐਂਸੀ ਹੁੰਦੀ ਹੈ ਦੈਟ ਇਜ਼ 50 ਹਰਟਜ਼ 50 ਹਰਟਜ਼ ਫ੍ਰੀਕੁਐਂਸੀ ਹੈ ਮਤਲਬ ਉਹ ਇੱਕ ਸੈਕਿੰਡ ਦੇ ਵਿੱਚ 50 ਟਾਈਮ ਫੁੱਲ ਸਾਈਕਲ ਹੋਣਗੇ ਇੱਕ ਸਾਈਕਲ ਦੇ ਵਿੱਚ ਇੱਕ ਟੌਪ ਹੈ ਇੱਕ ਕ੍ਰੈਸਟ ਹੈ ਇੱਕ ਟਰਫ ਹੈ ਜੇ ਪੀਕ ਵੀ ਇਹ ਦੋ ਪੀਕਸ ਨੇ ਇੱਕ ਅਪ ਪੀਕ ਇੱਕ ਡਾਊਨ ਪੀਕ ਤਾਂ ਆਪਣੇ ਕੋਲ ਇੱਕ ਸਾਈਕਲ ਦੇ ਵਿੱਚ ਕਿੰਨੀਆਂ ਪੀਕਸ ਨੇ 2 ਪੀਕਸ ਤਾਂ 50 ਹਰਟਜ਼ ਜਾਂ 50 ਸਾਈਕਲਸ ਕਿੰਨੀਆਂ ਪੀਕ ਹੋਣਗੇ 2 into 50 that are 100 ਪੀਕਸ ਅਵੇਲੇਬਲ ਹੋਣਗੇ ਕਿਸ ਚੀਜ਼ ਦੇ AC ਦੇ ਠੀਕ ਹੈ ਦੂਸਰੀ ਚੀਜ਼ ਚਾਹੇ ਆਪਣੇ ਕੋਲ ਨਾਲ ਇਸ ਦੀ ਜਿਹੜੀ ਇਕੁਏਸ਼ਨ ਹੁੰਦੀ ਹੈ ਸਾਈਨ ਵੇਵ ਹੈ ਸਾਈਨ ਆਫ ਓਮੇਗਾ ਟੀ ਆਊਗਾ I is equal to I naught ਕੀ ਆਪਣੇ ਕੋਲ
ਪੀਕ ਵੈਲਿਊ ਆਫ ਕਰੰਟ, ਤੇ ਪੀਕ ਵੈਲਿਊ ਕਿੰਨੇ ਵਾਰ ਰਿਪੀਟ ਹੋ ਰਹੀ ਹੈ, ਦੈਟ ਇਜ਼ 100 ਟਾਈਮਸ ਇਨ 50 ਹਰਟਜ਼ ਔਰ 50 ਸਾਈਕਲਸ ਔਰ 1 ਸੈਕਿੰਡ। ਜੋ ਆਪਣੇ ਕੋਲ ਡੀਸੀ ਹੋਊਗਾ, ਪਿਓਰ ਡੀਸੀ ਇਸ ਟਾਈਪ ਦੀ ਹੁੰਦੀ ਹੈ, ਬਟ ਉਹ ਆਪਣੇ ਕੋਲ ਅਵੇਲੇਬਲ ਨਹੀਂ ਹੁੰਦੀ। ਤਾਂ ਕੀ ਕੀਤਾ ਜਾਂਦਾ ਹੈ, ਜਿਹੜੀ ਡੀਸੀ ਹੁੰਦੀ ਹੈ ਚਾਹੇ ਉਹ ਐਵੇਂ ਹੋਵੇ, ਠੀਕ ਹੈ, ਇਹ ਵੀ ਡੀਸੀ ਹੋਊਗੀ, ਚਾਹੇ ਉਹ ਇਸ ਟਾਈਪ ਦੀ ਹੋਵੇ, ਇਹ ਵੀ ਡੀਸੀ ਹੋਊਗੀ, ਚਾਹੇ ਉਹ ਇਸ ਟਾਈਪ ਦੀ ਹੋਵੇ, ਡੀਸੀ ਹੋਊਗੀ। ਰੀਜ਼ਨ ਕੀ ਹੈ, ਨੈਗੇਟਿਵ ਚੱਲ ਰਿਹਾ ਪਰ ਪੋਜ਼ਿਟਿਵ ਤਾਂ ਨਹੀਂ ਹੋਇਆ, ਜਿਹੜੀ ਪੋਲੈਰਿਟੀ ਹੈ ਉਹੀ ਪੋਲੈਰਿਟੀ ਰਹਿ ਰਹੀ ਹੈ, ਡਾਊਨ 'ਚ ਜਾ ਰਿਹਾ ਸਾਈਕਲ, ਬਟ ਅਗੇਨ ਇਟ ਇਜ਼ ਡੀਸੀ ਨੇਚਰ, ਦਿਸ ਇਜ਼ ਆਲਸੋ ਡੀਸੀ ਨੇਚਰ। ਜੋ ਆਪਣੇ ਕੋਲ ਪ੍ਰੈਕਟੀਕਲ ਫਾਰਮੈਟ 'ਚ ਡੀਸੀ ਆਉਂਦੀ ਹੈ ਉਹ ਕੁਝ ਇਸ ਟਾਈਪ ਦੀ ਹੁੰਦੀ ਹੈ, ਐਂ ਕਰਕੇ ਹੁੰਦੀ ਹੈ ਵੇਵਸ, ਠੀਕ ਹੈ। ਪ੍ਰੈਕਟੀਕਲ ਫਾਰਮੈਟ ਦੀ ਡੀਸੀ ਹੁੰਦੀ ਹੈ, ਜੋ ਆਪਾਂ ਨੂੰ ਚਾਹੇ ਸੈੱਲ 'ਚੋਂ ਕਹਿ ਲਓ ਚਾਹੇ ਆਪਾਂ ਚੇਂਜ ਕਰਦੇ ਹਾਂ ਜਿਵੇਂ ਮਰਜ਼ੀ ਕਰਦੇ ਹਾਂ, ਆਪਾਂ ਕੋਲ ਇਸੇ ਟਾਈਪ ਦੇ ਹੁੰਦੇ ਆ। ਵੇਰੀਅਸ ਇਲੈਕਟ੍ਰੋਨਿਕ ਇੰਸਟਰੂਮੈਂਟਸ ਯੂਜ਼ ਕਰਕੇ ਡੀਸੀ ਕਰੰਟ ਦੀ ਵੈਲਿਊਜ਼ ਨੂੰ ਚੇਂਜ ਕੀਤਾ ਜਾਂਦਾ, ਉਸਨੂੰ ਫਾਰਮੈਟ 'ਚ ਦਿੱਤਾ ਜਾਂਦਾ। ਤਾਂ ਡੀਸੀ ਕਰੰਟ ਹੈ ਇਹ ਇਸ ਟਾਈਪ ਦਾ, ਠੀਕ ਹੈ। ਏਸੀ ਉੱਪਰ ਲਾਏਗਾ। ਜੇ ਆਪਣੇ ਕੋਲ ਸਾਈਨ ਵੇਵ ਦੀ ਜਗ੍ਹਾ ਤੇ ਕੌਸ ਵੇਵ ਹੋਵੇ ਤਾਂ ਆਪਣੇ ਕੋਲ ਕੌਸ ਵੇਵ ਇਸ ਟਾਈਪ ਦੀ ਹੁੰਦੀ ਹੈ, ਜਿਹੜੀ ਸਟਾਰਟ ਹੁੰਦੀ ਹੈ, ਜੇ 0 ਤੋਂ ਸਟਾਰਟ ਹੋਵੇ ਤਾਂ ਸਾਈਨ ਹੋ, ਜੇ ਮੈਕਸਿਮਮ ਤੋਂ ਸਟਾਰਟ ਹੋਵੇ ਤਾਂ ਕੀ ਹੋ ਜਾਂਦੀ ਹੈ ਇਹ ਕੌਸ ਵੇਵ। ਤਾਂ ਇਸ 'ਚ ਇਕੁਏਸ਼ਨ ਕੀ ਬਣਦੀ ਹੈ, ਪੋਜ਼ਿਟਿਵ ਨੈਗੇਟਿਵ ਹੈ ਇਹ ਏਸੀ, ਤੇ ਬਣ ਜੂ ਆਈ ਨੋਟ cos ਆਫ ਓਮੇਗਾ ਟੀ। ਓਮੇਗਾ ਕੀ ਹੋ ਜਾਂਦਾ, ਐਂਗੂਲਰ ਫ੍ਰੀਕੁਐਂਸੀ ਆਫ ਏਸੀ ਕਰੰਟ, ਐਂਗੂਲਰ ਫ੍ਰੀਕੁਐਂਸੀ ਆਫ ਏਸੀ ਵੋਲਟੇਜ, ਜਿਹਨੂੰ ਮਰਜ਼ੀ ਕਹਿ ਸਕਦੇ ਹਾਂ। ਕਲੀਅਰ, ਨੋਟ ਕਰ ਲਓ ਇੱਕ ਵਾਰ। ਏਸੀ ਨੂੰ ਪ੍ਰੋਡਿਊਸ ਕਰਨਾ ਸਸਤਾ ਪੈਂਦਾ ਹੈ, ਬਟ 99% ਆਪਾਂ ਪੋਸੀਬਿਲਿਟੀ ਕੀ ਯੂਜ਼ ਕਰਦੇ ਹਾਂ, ਬਿਕੋਜ਼ ਏਸੀ ਨੂੰ ਆਪਾਂ ਸਟੈਪ ਅਪ ਤੇ ਸਟੈਪ ਡਾਊਨ ਕਰ ਸਕਦੇ ਹਾਂ ਵਿਦ ਦ ਹੈਲਪ ਆਫ ਟਰਾਂਸਫਾਰਮਰ, ਬਟ ਆਪਾਂ ਡੀਸੀ ਨੂੰ ਸਟੈਪ ਅਪ ਸਟੈਪ ਡਾਊਨ ਨਹੀਂ ਕਰ ਸਕਦੇ। ਹੋ ਗਿਆ ਨੋਟ ਸਾਰਿਆਂ ਦਾ। ਹੁਣ ਜਿਹੜੇ ਨੈਕਸਟ ਵਾਲੇ ਆਰਟੀਕਲ ਨੇ ਉਹ ਤਾਂ ਨਹੀਂ ਮੈਂ ਕਰਾ ਰਿਹਾ, ਪਹਿਲਾਂ ਦੱਸ ਦਿੰਦਾ, ਠੀਕ ਹੈ। 4 ਵਾਲੇ ਅੱਜ ਮੈंने ਸੋਚੇ ਹੋਏ ਸੀਗੇ ਕਰਾਉਣ ਵਾਸਤੇ, ਉਹ ਮੈਂ ਕਰਾਤੇ। ਇੱਕ ਵਾਰ ਇਹ ਚੈਪਟਰ ਕੰਪਲੀਟ ਹੋ ਜਾਵੇ ਦੁਬਾਰਾ ਵਾਲਾ, ਠੀਕ ਹੈ। ਆਈ ਟਰਾਈ ਮਾਈ ਬੈਸਟ, ਜੇ ਸੰਡੇ ਮੰਡੇ ਤੱਕ ਕੰਪਲੀਟ ਹੁੰਦਾ ਹੈਗਾ। ਸੰਡੇ ਮੰਡੇ ਤੱਕ ਥਿਊਰੀ ਤਾਂ ਘੱਟ ਹੀ ਆਪਾਂ ਨੇ ਮੈਥਮੈਟੀਕਲ ਪਾਰਟ ਡਿਸਕਸ ਕਰਨਾ ਹੈ। ਇੱਕ ਵਾਰ ਕੰਪਲੀਟ ਹੋ ਗਿਆ ਨਾਲ ਦਿਨ ਟੈਸਟ ਹੋਊਗਾ ਇਹਦਾ ਫਿਰ, ਠੀਕ ਹੈ। 4C ਮੈਂ ਇਹਦੇ ਵਿੱਚ ਹੀ ਪਾਰਟ ਕਰ ਦੂੰਗਾ, ਇੱਕ ਦੋ ਤਿੰਨ ਤਾਂ ਆਰਟੀਕਲ ਨੇ ਮੇਨ 4C 'ਚ, ਏਸੀ ਜਨਰੇਟਰ, ਡੀਸੀ ਜਨਰੇਟਰ, ਟਰਾਂਸਫਾਰਮਰ। ਮੋਸਟ ਇੰਪੋਰਟੈਂਟ ਹੈ ਏਸੀ ਜਨਰੇਟਰ ਤੇ ਟਰਾਂਸਫਾਰਮਰ। ਡੀਸੀ ਜਨਰੇਟਰ ਵੀ ਘੱਟ ਵੱਧ ਹੀ ਹੈ, ਬਟ ਇਹ ਯਾਦ ਰੱਖਣਾ ਇੱਕ ਸਪਲਿਟ ਹੈ, ਇੱਕ ਸਲਿੱਪ ਹੈ। ਸਲਿੱਪ ਹੁੰਦਾ ਏਸੀ ਦੇ ਵਿੱਚ, ਸਪਲਿਟ ਹੁੰਦਾ ਆਪਣੇ ਕੋਲ ਡੀਸੀ ਜਨਰੇਟਰ ਦੇ ਵਿੱਚ, ਠੀਕ ਹੈ। ਚਲੋ ਅੱਜ ਵਾਸਤੇ ਇੰਨਾ ਹੀ ਹੈ, ਬਾਕੀ ਆਪਾਂ ਕੱਲ ਡਿਸਕਸ ਕਰਦੇ ਹਾਂ।